Hello everyone. In this lecture we will talk about the multi-gene families. ਸੋ ਆਪਾਂ ਫਰਸਟਲੀ ਗੱਲ ਕਰਦੇ ਹਾਂ ਕਿ ਕੋਈ ਵੀ ਜੀਨੋਮ ਆ, ਕੋਈ ਵੀ ਯੂਕੈਰੀਓਟਿਕ ਜੀਨੋਮ ਪ੍ਰੈਸ ਹੈਗਾ ਆ, ਉਹਦੇ ਵਿੱਚ ਕਾਫੀ ਅਮਾਊਂਟ ਦੇ ਵਿੱਚ ਰੈਪੀਟੇਟਿਵ ਡੀਐਨਏ ਹੁੰਦਾ, ਕੁਝ ਜਿਹੜਾ ਹੈਗਾ ਉਹਦੇ ਵਿੱਚ ਯੂਨੀਕ ਜਿਹੜਾ ਡੀਐਨਏ ਪ੍ਰੈਜ਼ੈਂਟ ਹੁੰਦਾ ਆ। ਹੁਣ ਜਿਹੜਾ ਰੈਪੀਟੇਟਿਵ ਡੀਐਨਏ ਆ ਹੈ ਨਾ, ਉਹ ਮੇਨਲੀ ਜਿਹੜਾ ਹੈਗਾ ਜਾਂ ਤਾਂ ਲੌਂਗ ਇੰਟਰੋਨ ਸੀਕੁਐਂਸਿਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਲਾਈਕ ਕੋਈ ਜੀਨ ਆ ਜਾਂ ਕੋਡਿੰਗ ਰੀਜ਼ਨਸ ਨੇ ਜਿਹਨੂੰ ਐਗਜ਼ੋਨ ਕਹਿੰਦੇ ਆ, ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਗੀ ਆ ਨੋਨ ਕੋਡਿੰਗ ਰੀਜ਼ਨਸ ਪ੍ਰੈਜ਼ੈਂਟ ਹੋ ਸਕਦੇ ਨੇ। ਦੂਸਰਾ ਆਪਣੇ ਕੋਲ ਕੀ ਹੋ ਸਕਦਾ, pseudogenes that are derived from the mRNA through the reverse transcription. Third ਕੀ ਆ RNA only genes which are responsible for the synthesis of non-coding RNA. ਸੋ ਉਸ ਤੋਂ ਬਾਅਦ ਆਪਣੇ ਕੋਲ ਕੀ ਆ, ਲਾਸਟ ਜਿਹੜੇ ਹੈਗੇ ਆ ਮਲਟੀ ਜੀਨ ਫੈਮਲੀਜ਼ ਦੇ ਵਿੱਚ ਹੋ ਸਕਦਾ। ਇਹਦੇ ਵਿੱਚ ਕੀ ਆ ਕਿ ਇੱਕ ਜੀਨ ਦੀਆਂ ਮਲਟੀਪਲ ਕਾਪੀਜ਼ ਜਿਹੜੀਆਂ ਪ੍ਰੈਜ਼ੈਂਟ ਹੋ ਸਕਦੀਆਂ ਨੇ ਡਿਊ ਟੂ ਦਾ ਡੁਪਲੀਕੇਸ਼ਨ। ਸੋ ਹੁਣ ਆਪਣੇ ਕੋਲ ਆਪਾਂ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕਈ ਵਾਰੀ ਆਪਣੇ ਕੋਲ ਕੀ ਹੁੰਦਾ, ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਕਿਸੇ ਜੀਨ ਪ੍ਰੋਡਕਟ ਦੀ ਬੋਡੀ ਦੇ ਵਿੱਚ, ਜਾਂ ਕੋਈ ਵੀ ਚੀਜ਼ ਦੀ ਫਾਰਮੇਸ਼ਨ ਹੋ ਰਹੀ ਹੈ, ਦੇਰ ਇਜ਼ ਅ ਲਾਰਜ ਡਿਮਾਂਡ ਆਫ that product. For example, if you talking about the silk protein fibron ਹੈ ਨਾ, ਇਹਦੀ ਆਪਾਂ ਫॉर ਐਗਜ਼ਾਮਪਲ ਗੱਲ ਕਰ ਰਹੇ ਹਾਂ। ਹੁਣ ਕੀ ਆ ਕਿ ਜਦੋਂ ਡਿਮਾਂਡ ਹੁੰਦੀ ਹੈ ਕਿਸੇ ਚੀਜ਼ ਦੀ, ਉਹਨੂੰ ਦੋ ਚੀਜ਼ਾਂ ਦੇ ਨਾਲ ਕੰਪਲੀਟ ਕਰਦੀ ਆ ਬੋਡੀ। ਅਗਰ ਤਾਂ ਉਹਦੇ ਵਿੱਚ ਇੱਕੋ ਹੀ ਜੀਨ ਆ, ਇੱਕ ਜੀਨ ਕੋਡ ਕਰ ਰਹੀ ਹੈ, ਤਾਂ ਇਟ ਵਿਲ ਅੰਡਰਗੋ ਰਿਪੀਟਡਲੀ ਟਰਾਂਸਕ੍ਰਿਪਸ਼ਨ। ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਟਰਾਂਸਕ੍ਰਿਪਸ਼ਨ ਕੰਟੀਨਿਊਸਲੀ ਹੋਈ ਜਾਏਗੀ। ਇਹਦੇ ਵਿੱਚ ਆਪਣੇ ਕੋਲ ਬੈਸਟ ਐਗਜ਼ਾਮਪਲ ਆ ਸਿਲਕ ਫਿਬਰੋਨ ਪ੍ਰੋਟੀਨ ਦੀ, ਜਿਹੜੀ ਆਪਣੇ ਕੋਲ ਸਿਲਕ ਵੋਮ ਦੀ ਜਿਹੜੀ ਜੀਨ ਆ, ਇੱਕੋ ਹੀ ਜੀਨ ਹੁੰਦੀ ਆ ਜਿਹੜੀ ਇਹਨੂੰ ਕੋਡ ਕਰਦੀ ਆ ਸਿਲਕ ਫਾਰਮੇਸ਼ਨ ਨੂੰ, ਬਟ ਇਹ ਕੰਟੀਨਿਊਸਲੀ ਜਿਹੜਾ ਹੈਗਾ ਇਹ ਸਿਲਕ ਬਣਾਈ ਜਾਂਦੀ ਆ, ਠੀਕ ਆ। ਅਤੇ ਦੂਸਰੀ ਆਪਣੇ ਕੋਲ ਇਹਦੇ ਵਿੱਚ ਐਗਜ਼ਾਮਪਲ ਆ ਜਾਂਦੀ ਆ ਹੀਮੋਗਲੋਬਿਨ ਦੀ। ਉਹਦੇ ਵਿੱਚ ਕੀ ਆ ਕਿ ਇੱਕ ਕਾਪੀ ਜਿਹੜੀ ਜੀਨ ਦੀ, ਉਹ ਆਪਣੇ ਕੋਲ ਅਲਫਾ ਬੀਟਾ ਜਿਹੜੇ ਹੈਗੇ ਨੇ ਪੋਲੀਪੈਪਟਾਈਡ ਚੇਨਸ ਨੇ ਹੀਮੋਗਲੋਬਿਨ ਦੀ ਬਣਾਉਂਦੇ। ਨੋ ਡਾਊਟ ਪੂਰੀ ਜਿਹੜੀ ਇੱਕ ਫੈਮਿਲੀ ਆ ਅਲਫਾ ਗਲੋਬੁਲਿਨ ਜੀਨ ਦੀ, ਪਰ ਜਿਹੜੀ ਅਲਫਾ ਆ ਉਹ ਬਹੁਤ ਜਿਹੜੀ ਹੈਗੀ ਡਿਫਰੈਂਟ ਸਟੇਜਸ ਦੇ ਉੱਤੇ ਉਹਦਾ ਮੇਜਰ ਫੰਕਸ਼ਨ ਜਿਹੜਾ ਉਹ ਪਲੇ ਕਰਦੀ ਆ। ਉਸ ਤੋਂ ਬਾਅਦ ਆਪਣੇ ਕੋਲ ਦੂਸਰਾ ਤਰੀਕਾ ਕੀ ਹੋ ਸਕਦਾ ਹੈ ਕਿ ਹਾਈ ਡਿਮਾਂਡ ਨੂੰ ਕੋਪ ਕਰਨ ਦੇ ਲਈ ਦੇਰ ਇਜ਼ ਅ ਲਾਰਜ ਨੰਬਰ ਆਫ ਕਾਪੀਜ਼ ਆਫ ਅ ਸਿੰਗਲ ਜੀਨ। ਸੋ ਮੇ ਬੀ ਹਿਸਟੋਨ ਜੀਨਸ ਜਿਵੇਂ ਹੋ ਗਈਆਂ, ਅਤੇ ਆਪਣੇ ਕੋਲ ਕੀ ਆ ਜਿਹੜੀਆਂ TRNA ਜੀਨਸ ਹੋ ਗਈਆਂ, ਐਕਟਿਨ ਜੀਨਸ ਨੇ, ਹੀਟ ਸ਼ੌਕ ਪ੍ਰੋਟੀਨਸ ਜਿਹੜੀਆਂ ਨੂੰ ਕੋਡ ਕਰਨ ਵਾਲੀਆਂ ਜੀਨਸ ਨੇ, ਉਹ ਸਾਰੀਆਂ ਆਪਣੇ ਕੋਲ ਕੀ ਆ ਕਿ ਮਲਟੀਪਲ ਕਾਪੀਜ਼ ਦੀ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ ਨੇ। ਸੋ ਹੁਣ ਅਗਰ ਆਪਾਂ ਗੱਲ ਕਰੀਏ ਮਲਟੀ ਜੀਨ ਫੈਮਲੀਜ਼ ਦੀ, ਐਕਚੁਅਲ ਦੇ ਵਿੱਚ ਮਲਟੀ ਜੀਨ ਫੈਮਲੀਜ਼ ਦੀ ਗੱਲ ਕਰ ਰਹੇ ਹਾਂ, ਤਾਂ ਮਲਟੀ ਜੀਨ ਫੈਮਲੀ ਕੀ ਆ? ਮਲਟੀ ਜੀਨ ਫੈਮਲੀ ਇਜ਼ ਅ ਗਰੁੱਪ ਆਫ ਸਿਮਿਲਰ but not necessarily identical sequences, ਠੀਕ ਹੈ। ਸਿਮਿਲਰ ਹੋਣਗੇ, ਗਰੁੱਪ ਇੱਕ ਗਰੁੱਪ ਆ, ਇੱਕ ਫੈਮਿਲੀ ਆ ਜਿਹਦੇ ਵਿੱਚ ਸਿਮਿਲਰ ਜਿਹੜੇ ਸੀਕੁਐਂਸ ਨੇ, ਬਟ ਕੀ ਆ ਇਹ ਨਹੀਂ ਹੈਗਾ ਕਿ ਆਈਡੈਂਟੀਕਲ ਹੋਣਗੇ। ਹੁਣ ਇਹਦਾ ਮੀਨਿੰਗ ਕੀ ਆ ਕਿ ਇੱਕੋ ਜਿਹੇ ਹੋ ਸਕਦੇ ਨੇ। ਆਈਡੈਂਟੀਕਲ ਦਾ ਮੀਨਿੰਗ ਕਿ ਇਹ ਨਹੀਂ ਹੈਗਾ ਵੀ ਜੀਨ ਟੂ ਜੀਨ ਔਰ ਜਿਹੜੀ ਆਪਣੇ ਕੋਲ ਨਿਊਕਲੀਓਟਾਈਡ ਟੂ ਨਿਊਕਲੀਓਟਾਈਡ ਉਹਨਾਂ ਦੀ ਜਿਹੜੀ ਸਾਰੀ ਜਿਹੜੀ ਹੈਗੀ ਆ ਸਟਰਕਚਰ ਕਹਿ ਲਓ, ਜਾਂ ਉਹਨਾਂ ਦੀ ਜਿਹੜੀ ਕੰਪੋਜੀਸ਼ਨ ਆ ਉਹ ਸਿਮਿਲਰ ਹੋਊਗੀ। ਹਰੇਕ ਜਿਹੜਾ ਇੱਕ ਸੀਕੁਐਂਸ ਆ ਉਹ ਇੱਕ ਜੀਨ ਨੂੰ ਰਿਪਰਜੈਂਟ ਕਰਦਾ ਹੈ। ਹੁਣ ਇਹਦਾ ਮਤਲਬ ਕੀ ਹੋ ਗਿਆ, ਗਰੁੱਪ ਆਫ ਸਿਮਿਲਰ ਸੀਕੁਐਂਸਿਸ ਆ ਇਹ, each sequence representing a gene so that the gene is present in the multiple copies. ਹੁਣ ਇਹ ਤੁਹਾਨੂੰ ਅੱਗੇ ਪ੍ਰੋਪਰਲੀ ਇਹ ਜਿਹੜੀ ਮੈਂ ਚੀਜ਼ ਬੋਲੀ ਆ ਕਿ ਸਿਮਿਲਰ ਬਟ ਨਾਟ ਨੈਸੈਸਰਲੀ ਆਈਡੈਂਟੀਕਲ ਸੀਕੁਐਂਸ, ਜਦੋਂ ਆਪਾਂ ਤੁਸੀਂ ਐਗਜ਼ਾਮਪਲ ਪੜ੍ਹੋਗੇ ਨਾ ਇਹਦੀ ਗਲੋਬੁਲਿਨ ਜੀਨ ਸੀ, ਤਾਂ ਤੁਹਾਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਜਿਹੜੀ ਇਹ ਸਮਝ ਆ ਜਾਏਗੀ। ਤਾਂ ਔਨ ਦ ਬੇਸਿਸ ਆਫ ਇਟਸ ਰੈਗੂਲੇਟਰੀ ਫੰਕਸ਼ਨ ਜਿਹੜੀਆਂ ਮਲਟੀ ਜੀਨ ਫੈਮਲੀਜ਼ ਨੇ ਕੈਨ ਬੀ ਕਲਾਸੀਫਾਈਡ ਇਨਟੂ 3 ਡਿਫਰੈਂਟ ਗਰੁੱਪਸ। ਫਸਟ ਗਰੁੱਪ ਦੇ ਵਿੱਚ ਆਪਣੇ ਕੋਲ ਕੀ ਹੁੰਦਾ, ਡਿਫਰੈਂਟ ਮੈਂਬਰਸ ਆਫ ਫੈਮਲੀ ਮੇ ਫੰਕਸ਼ਨ ਇਨ ਡਿਫਰੈਂਟ ਟਿਸ਼ੂ, ਠੀਕ ਹੈ। ਇੱਕੋ ਜੀਨ ਦੇ ਡਿਫਰੈਂਟ ਜਿਹੜੇ ਮੈਂਬਰਸ ਨੇ ਉਹ ਡਿਫਰੈਂਟ ਟਿਸ਼ੂ ਦੇ ਵਿੱਚ ਕੰਮ ਕਰ ਸਕਦੇ ਨੇ ਐਟ ਅ ਪਾਰਟੀਕੂਲਰ ਟਾਈਮ। ਇੱਕ ਟਾਈਮ ਦੇ ਉੱਤੇ ਮੰਨ ਲਓ ਆ ਕਿੰਨੇ ਸਾਰੇ ਟਿਸ਼ੂ ਪਏ ਨੇ, ਇਹਨਾਂ ਦੇ ਵਿੱਚ ਜੀਨਸ ਪ੍ਰੈਜ਼ੈਂਟ ਨੇ ਅਲੱਗ-ਅਲੱਗ,
ਇੱਕੋ ਟਾਈਮ 'ਤੇ ਸਾਰੇ ਟਿਸ਼ੂਜ਼ ਦੇ ਵਿੱਚ ਕੰਮ ਕਰ ਸਕਦੇ ਨੇ, ਜਾਂ ਫਿਰ ਕੀ ਹੋ ਸਕਦਾ ਇੱਕ ਟਿਸ਼ੂ ਦੇ ਵਿੱਚ ਸਾਰੀਆਂ ਫੈਮਲੀਜ਼ ਪਈਆਂ ਨੇ, ਮੰਨ ਲਓ ਇਹ ਡਿਊਰਿੰਗ ਬਰਥ ਕੰਮ ਕਰ ਰਿਹਾ, ਇਹ ਬਰਥ ਤੋਂ ਬਾਅਦ ਕੰਮ ਕਰ ਰਿਹਾ, ਇਹ ਇੱਕ ਪਾਰਟੀਕੂਲਰ ਏਜ ਦੇ ਵਿੱਚ ਇਹ ਕੰਮ ਕਰ ਰਿਹਾ। ਸੋ ਕੀ ਆ ਸੇਮ ਟਿਸ਼ੂ ਦੇ ਵਿੱਚ ਡਿਫਰੈਂਟ ਟਾਈਮ 'ਤੇ, ਸੋ ਇਹਨੂੰ ਆਪਾਂ ਟਿਸ਼ੂ ਸਪੈਸੀਫਿਕ ਔਰ ਟਾਈਮ ਸਪੈਸੀਫਿਕ ਜਿਹੜਾ ਕਹਿ ਸਕਦੇ। ਇਹਦੇ ਵਿੱਚ ਆਪਣੇ ਕੋਲ ਐਗਜ਼ਾਮਪਲ ਆ ਜਾਂਦੀ ਆ ਗਲੋਬਿਨ ਜੀਨ ਫੈਮਲੀਜ਼ ਦੀ, ਠੀਕ ਹੈ। ਉਸ ਤੋਂ ਬਾਅਦ ਸੈਕਿੰਡ ਗਰੁੱਪ ਦੀ ਅਗਰ ਆਪਾਂ ਗੱਲ ਕਰੀਏ, ਜਿਹੜੇ ਸਾਰੇ ਮੈਂਬਰਸ ਨੇ ਮਲਟੀ ਜੀਨ ਫੈਮਲੀਜ਼ ਦੇ may function in a specific tissue time but all members in same cell due to high demand। ਇੱਕੋ ਹੀ ਸੈੱਲ ਦੇ ਵਿੱਚ ਹੋਣਗੇ। ਆਪਾਂ ਪਹਿਲਾਂ ਟਿਸ਼ੂ ਦੀ ਗੱਲ ਕਰ ਰਹੇ ਸੀ, ਹੁਣ ਇੱਥੇ ਕੀ ਆ ਸਾਰੇ ਦੇ ਸਾਰੇ ਜਿਹੜੇ ਮੈਂਬਰਸ ਨੇ ਉਹ ਆਪਣੇ ਕੋਲ ਇੱਕੋ ਹੀ ਸੈੱਲ 'ਚ ਕੰਮ ਕਰਨਗੇ, ਕਿਉਂਕਿ ਉਸ ਜੀਨ ਦੀ ਉਸ ਪ੍ਰੋਡਕਟ ਦੀ ਬਹੁਤ ਜ਼ਿਆਦਾ ਡਿਮਾਂਡ ਆ ਆਪਣੇ ਕੋਲ। ਲਾਈਕ ਆਪਾਂ ਗੱਲ ਕਰ ਰਹੇ ਹਾਂ ਹੀਟ ਸ਼ੌਕ ਪ੍ਰੋਟੀਨਸ ਨੇ ਜਿਹੜੀਆਂ, ਜਦੋਂ ਇਹਨਾਂ ਦੀ ਡਿਮਾਂਡ ਆ, ਇਹ ਮੇਨਲੀ ਜਿਹੜੀਆਂ ਆਪਣੇ ਕੋਲ ਕੋਈ ਸ਼ੌਕ ਹੁੰਦਾ ਆ, ਹੀਟ ਸ਼ੌਕ ਲੱਗਦਾ, ਉਸ ਟਾਈਮ 'ਤੇ ਐਕਟੀਵੇਟ ਹੁੰਦੀਆਂ ਨੇ। ਜਾਂ ਆਪਣੇ ਕੋਲ ਇਹਦੇ ਵਿੱਚ ਆਪਾਂ ਸਟੋਰੇਜ ਜਿਹੜੀਆਂ ਪ੍ਰੋਟੀਨ ਜੀਨਸ ਨੇ ਉਹਨਾਂ ਦੀ ਗੱਲ ਕਰਦੇ ਹਾਂ। ਜਦੋਂ ਸੀਡ ਦੀ ਫੋਰਮੇਸ਼ਨ ਹੁੰਦੀ ਹੈ ਉਸ ਟਾਈਮ 'ਤੇ ਉਹ ਸਟੋਰੇਜ ਜੀਨਸ ਜਿਹੜੀਆਂ ਨੇ ਬਹੁਤ ਕੰਮ ਕਰਦੀਆਂ ਨੇ, ਤਾਂ ਉਹਨਾਂ ਦੀ ਡਿਮਾਂਡ ਜ਼ਿਆਦਾ ਹੋ ਜਾਂਦੀ। ਇਟ ਮੀਨ ਇੱਕ ਸੈੱਲ ਦੇ ਵਿੱਚ ਹੀ ਉਹ ਸਾਰੀਆਂ ਜੀਨਸ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ ਨੇ, ਅਤੇ ਉਹਨਾਂ ਨੇ ਸਟੋਰੇਜ ਪ੍ਰੋਟੀਨਸ ਜਿਹੜੀਆਂ ਨੇ ਉਹ ਸਕ੍ਰੀਟ ਕਰਨੀਆਂ ਨੇ। ਹੁਣ ਤੀਸਰੀ ਕੈਟਾਗਰੀ ਕੀ ਆ, all members in all the cells, ਸਾਰੇ ਸੈਲਸ ਦੇ ਵਿੱਚ ਸਾਰੇ ਮੈਂਬਰਸ ਪ੍ਰੈਜ਼ੈਂਟ ਹੋਣਗੇ। ਪਹਿਲਾਂ ਆਪਾਂ ਕੀ ਕੀਤਾ ਆ ਕਿ ਇੱਕ ਟਿਸ਼ੂ ਦੇ ਵਿੱਚ ਸਾਰੇ ਮੈਂਬਰ ਪ੍ਰੈਜ਼ੈਂਟ ਹੋ ਸਕਦੇ ਨੇ, ਜਾਂ ਸਾਰੇ ਟਿਸ਼ੂਜ਼ ਦੇ ਵਿੱਚ ਮੈਂਬਰਸ ਪ੍ਰੈਜ਼ੈਂਟ ਹੋ ਸਕਦੇ ਨੇ, ਬਟ ਉਹ ਜਿਹੜੇ ਆ ਟਾਈਮ ਔਰ ਟਿਸ਼ੂ ਸਪੈਸੀਫਿਕ ਵੇ ਦੇ ਨਾਲ ਕੰਮ ਕਰ। ਦੂਸਰਾ ਕੀ ਸਾਰੇ ਮੈਂਬਰ ਇੱਕ ਸਪੈਸੀਫਿਕ ਟਿਸ਼ੂ ਦੇ ਲਈ ਇੱਕ ਸਪੈਸੀਫਿਕ ਟਾਈਮ ਦੇ ਉੱਤੇ ਕੰਮ ਕਰਨਗੇ, ਪਰ ਉਹ ਹੁਣ ਟਿਸ਼ੂ ਦੇ ਵਿੱਚ ਇੱਕੋ ਹੀ ਸੈੱਲ ਦੇ ਵਿੱਚ ਹੋਣਗੇ ਸਾਰੇ। ਤੀਸਰੇ ਕੀ ਆ ਸਾਰੇ ਦੇ ਸਾਰੇ ਮੈਂਬਰ ਸਾਰੇ ਸੈਲਸ ਦੇ ਵਿੱਚ ਪ੍ਰੈਜ਼ੈਂਟ ਆ, ਜਿਵੇਂ RNA ਜੀਨਸ, SNRNA ਜੀਨਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। Then question arises how we can locate the multi-gene families, how we can come to know there is a presence of multi-gene families। so ਉਹਦੇ ਲਈ ਆਪਣੇ ਕੋਲ ਕੀ ਆ, ਸੈਲੂਲਰ DNA ਨੂੰ ਲੈਂਦੇ, ਉਹਦੀ ਡਾਈਜੈਸ਼ਨ ਕਰਦੇ ਆ, ਫਿਰ ਉਹਨੂੰ ਇਲੈਕਟ੍ਰੋਫੋਰੈਸਿਸ ਕਰਦੇ ਆ। ਉਹਦੇ ਲਈ ਜਿਹੜਾ ਪ੍ਰੋਬ ਯੂਜ਼ ਕਰਦੇ ਆ ਆਪਾਂ, ਰੇਡੀਓ ਐਕਟਿਵਲੀ ਲੇਬਲਡ ਪ੍ਰੋਬ ਯੂਜ਼ ਕੀਤਾ। ਇਟ ਮੇ ਬੀ RNA, mRNA, ਜਾਂ ਫਿਰ ਕੀ ਆ ਆਪਣੇ ਕੋਲ ਕਈ ਵਾਰੀ ਕੰਪਲੀਮੈਂਟਰੀ DNA ਨੂੰ ਵੀ ਜਿਹੜਾ ਐਜ਼ ਆ ਪ੍ਰੋਬ ਯੂਜ਼ ਕੀਤਾ ਜਾਂਦਾ। ਹੁਣ ਜਦੋਂ ਪ੍ਰੋਬ ਯੂਜ਼ ਕਰਦੇ ਹਾਂ ਆਪਾਂ, ਤਾਂ ਉਹਨੂੰ ਆਪਾਂ ਇਹ ਦੇਖਣਾ ਆ ਕਿ ਲਾਈਕ ਆਪਣੇ ਕੋਲ DNA ਸੀ, RNA ਪ੍ਰੋਬ ਆਪਾਂ ਯੂਜ਼ ਕੀਤਾ, ਜਿੱਥੇ ਉਹਨਾਂ ਦੀ ਮੈਚਿੰਗ ਹੋਈ ਆ, ਹਾਈਬਰਡਾਈਜੇਸ਼ਨ ਹੋ ਗਈ। ਹੁਣ ਕਿੰਨੇ ਨੰਬਰ ਆਫ DNA RNA, ਅਗਰ ਆਪਾਂ RNA ਯੂਜ਼ ਕਰ ਰਹੇ ਹਾਂ, ਅਗਰ ਆਪਾਂ ਕੰਪਲੀਮੈਂਟਰੀ DNA ਯੂਜ਼ ਕਰ ਰਹੇ ਹਾਂ, ਤਾਂ ਕਿੰਨੇ ਨੰਬਰ ਆਫ DNA ਹਾਈਬ੍ਰਿਡ ਮੋਲੀਕਿਊਲਸ ਬਣਦੇ ਨੇ। ਤਾਂ ਉਹਨੂੰ ਆਪਾਂ ਸਿੰਗਲ ਕਾਪੀ ਜੀਨੋਮ ਦੇ ਨਾਲ ਕੰਪੇਅਰ ਕਰਕੇ ਵੀ ਕੈਨ ਫਾਈਂਡ ਕਿ ਕਿੰਨੇ ਨੰਬਰ ਆਫ ਜਿਹੜੀਆਂ ਕਾਪੀ ਸੇਮ ਜੀਨ ਦੀਆਂ ਪ੍ਰੈਜ਼ੈਂਟ ਨੇ। ਸੋ ਅਲਟੀਮੇਟਲੀ ਵੀ ਕਮ ਟੂ ਨੋ ਦ ਪ੍ਰੈਜ਼ੈਂਸ ਆਫ ਮਲਟੀ ਜੀਨ ਫੈਮਲੀਜ਼ ਇਨ ਅ ਜੀਨੋਮ। ਉਸ ਤੋਂ ਬਾਅਦ ਆਪਣੇ ਕੋਲ ਇੱਕ ਚੀਜ਼ ਆ ਜਾਂਦੀ ਆ ਕਿ ਜਿਹੜੀਆਂ ਮਤਲਬ ਅਕੋਰਡਿੰਗ ਟੂ ਦਾ ਸਟਰਕਚਰਲ ਆਈਡੈਂਟੀਟੀ ਆਫ ਦੀ ਮੈਂਬਰਸ ਇਨ ਅ ਫੈਮਿਲੀ, ਇੱਕ ਜਿਹੜੀ ਜੀਨ ਫੈਮਿਲੀ ਆ ਉਹਦੇ ਮੈਂਬਰ ਦੇ ਵਿੱਚ ਜਿਹੜੀ ਆਈਡੈਂਟੀਟੀ ਕੀ ਆ ਸਟਰਕਚਰਲ, ਉਹਨੂੰ ਲੈ ਕੇ ਦੋ ਕੈਟੇਗਰੀ ਦੇ ਵਿੱਚ ਆਪਾਂ ਮਲਟੀ ਜੀਨ ਫੈਮਲੀਜ਼ ਨੂੰ ਡਿਵਾਈਡ ਕਰ ਸਕਦੇ ਹਾਂ। ਮਲਟੀ ਜੀਨ ਫੈਮਲੀਜ਼ ਵਿਦ ਡਾਇਵਰਜੈਂਟ ਮੈਂਬਰਸ, ਮਲਟੀ ਜੀਨ ਫੈਮਲੀਜ਼ ਵਿਦ ਆਈਡੈਂਟੀਕਲ ਮੈਂਬਰਸ। ਸੋ ਕਈ ਵਾਰੀ ਕੀ ਆ ਕਿ ਇੱਕ ਫੈਮਿਲੀ ਦੇ ਮੈਂਬਰਸ ਨੇ, ਉਹਨਾਂ ਦੇ ਵਿੱਚ ਪਹਿਲਾਂ ਜਿਵੇਂ ਪਿੱਛੋਂ ਦੇਖਣਾ ਸਟਾਰਟ ਕਰੀਏ ਕੁਛ ਕਰੈਕਟਰ ਮਿਲਦੇ ਨੇ, ਬਟ ਜਿਵੇਂ ਐਡਵਾਂਸ ਜੋ ਵੀ ਉਹਨਾਂ ਦੇ ਵਿੱਚ ਮੋਡੀਫਿਕੇਸ਼ਨਸ ਹੋ ਰਹੀਆਂ ਨੇ, ਤਾਂ ਕਾਫੀ ਜ਼ਿਆਦਾ ਮੋਡੀਫਾਈ ਹੋ ਚੁੱਕੇ ਨੇ, ਥੋੜ੍ਹੀ ਬਹੁਤੀ ਰਿਸੈਂਬਲੈਂਸ ਰਹਿ ਗਈ। ਉਸ ਕੈਟਾਗਰੀ ਨੂੰ ਆਪਾਂ ਡਾਇਵਰਜੈਂਟ ਕਾਇੰਡ ਕਹਿੰਦੇ। ਆਈਡੈਂਟੀਕਲ ਕਾਇੰਡ ਦੇ ਵਿੱਚ ਕਿ ਉਹ ਸਾਰੀਆਂ ਜੀਨਸ ਜਿਹੜੀਆਂ ਆਲਮੋਸਟ ਆਈਡੈਂਟੀਕਲ ਹੋਣਗੀਆਂ, ਸਿਮਿਲਰ ਜਿਹੜਾ ਬਿਹੇਵ ਸ਼ੋ ਕਰਨੀ ਹੈ ਆਪਣੇ ਕੋਲ। First of all, we will discuss about the multi-gene family with divergent group. That is example is a globin gene family that is found in the humans that cause the formation of hemoglobin. So in case of adults, दो polypeptide chains ਹੁੰਦੀਆਂ ਨੇ alpha and
बीटा और उन्होंने जिहड़ी सिंगल जीन जिहड़ी वो कोड कर सकती है। बट ड्यूरिंग द डेवलपमेंट दिस इज़ नॉट इनफ। पूरी दी पूरी जिहड़ी अल्फा बीटा फैमिली आ रिस्पोंसिबल हुंदी है हीमोग्लोबिन की फॉर्मेशन के लिए। जिहड़ी एक कोआर्डीनेटेड एंड सिक्वेंशियल मैनर दे विच जीन्स ने जिहड़ियां काम करदियां ने, ਇਹ ਐਂਬਰੀਓ ਤੋਂ ਲੈ ਕੇ ਫੀਟਸ ਦੇ ਬਰਥ ਤੱਕ ਇਹ ਜਿਹੜੀ ਇੱਕ ਕੋਆਰਡੀਨੇਟਡ ਵੇ ਦੇ ਨਾਲ ਚੱਲਦੀਆਂ ਨੇ, ਟਰਨ ਔਨ ਹੁੰਦੀਆਂ ਨੇ, ਟਰਨ ਆਫ ਹੁੰਦੀਆਂ ਨੇ, ਜਿਵੇਂ ਜਿਵੇਂ ਜਿਹੜੀ ਇਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਦੇ ਅਕੋਰਡਿੰਗ ਜਿਹੜੀ ਇਹ ਚੱਲਦੀਆਂ ਨੇ। ਸੋ ਆਪਾਂ ਗੱਲ ਕਰੀਏ ਕਿ ਐਂਬਰੀਓ ਦੇ ਵਿੱਚ ਕਿਹੜੀਆਂ ਜੀਨਸ ਨੇ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ, ਫੀਟਸ ਦੇ ਵਿੱਚ ਕਿਹੜੀਆਂ ਹੁੰਦੀਆਂ ਨੇ, ਅਡਲਟ ਦੇ ਵਿੱਚ ਕਿਹੜੀਆਂ ਜੀਨਸ ਨੇ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ ਨੇ। ਹੁਣ ਆਪਣੇ ਕੋਲ ਕੀ ਆ ਕਿ ਜਦੋਂ ਤਾਂ ਐਂਬਰੀਓਨਿਕ ਸਟੇਜ ਹੁੰਦੀ ਆ ਅਪ ਟੂ ਦਾ 8 ਵੀਕ, ਆਪਣੇ ਕੋਲ ਕਿਹੜੀਆਂ ਹੁੰਦੀਆਂ ਨੇ, ਜ਼ੀਟਾ 2, ਐਪਸਾਈਲਨ 2, ਜ਼ੀਟਾ 2, ਗਾਮਾ 2, ਅਲਫਾ 2 ਐਂਡ ਐਪਸਾਈਲਨ 2। ਔਰ ਫੀਟਲ ਦੇ ਵਿੱਚ ਜਿਹੜੀਆਂ ਹੈਗੀਆਂ ਅਲਫਾ 2 ਐਂਡ ਗਾਮਾ 2, ਅਡਲਟ ਦੇ ਵਿੱਚ ਅਲਫਾ 2, ਡੈਲਟਾ 2, ਅਲਫਾ 2 ਐਂਡ ਬੀਟਾ 2। ਡੈਲਟਾ ਦਾ ਬਹੁਤ ਹੀ ਜਿਹੜਾ ਘੱਟ ਪ੍ਰਪੋਰਸ਼ਨ ਹੁੰਦਾ, ਮੇਨਲੀ ਆਪਣੇ ਕੋਲ ਅਲਫਾ ਐਂਡ ਬੀਟਾ ਹੀ ਜਿਹੜੇ ਹੁੰਦੇ। ਅਤੇ ਇਸ ਚੀਜ਼ ਤੋਂ ਆਪਾਂ ਨੂੰ ਇੱਕ ਚੀਜ਼ ਕਲੀਅਰ ਆ ਕਿ ਜ਼ੀਟਾ ਇਜ਼ ਪ੍ਰੈਜ਼ੈਂਟ ਓਨਲੀ ਇਨ ਦਾ ਐਂਬਰੀਓਨਿਕ ਸਟੇਜ, ਨਾ ਫਿਟਸ ਦੇ ਵਿੱਚ ਆ, ਨਾ ਆਪਣੇ ਕੋਲ ਅਡਲਟ ਫਾਰਮ ਦੇ ਵਿੱਚ ਜਿਹੜਾ ਹੈਗਾ ਉਹ ਪ੍ਰੈਜ਼ੈਂਟ ਆ। ਸੋ ਅਗਰ ਆਪਾਂ ਇਸ ਚੀਜ਼ ਨੂੰ ਦੇਖੀਏ, ਸੋ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ, ਆਪਾਂ 8 ਵੀਕ ਤੱਕ ਗੱਲ ਕਰ ਰਹੇ ਸੀ ਨਾ, ਦਿਸ ਇਜ਼ ਆ ਜ਼ੀਟਾ। ਜ਼ੀਟਾ ਕੀ ਆ ਕਿ ਦਿਸ ਇਜ਼ ਅ ਟੋਟਲ ਹੀਮੋਗਲੋਬਿਨ ਪਰਸੈਂਟੇਜ। ਇਹ ਜਿਹੜੀ ਸਭ ਤੋਂ ਪਹਿਲਾਂ ਅਪੀਅਰ ਹੁੰਦੀ ਹੈ ਜ਼ੀਟਾ ਹੀਮੋਗਲੋਬਿਨ ਫਾਰਮੇਸ਼ਨ ਦੇ ਲਈ, ਸਭ ਤੋਂ ਪਹਿਲਾਂ ਫੰਕਸ਼ਨਲ ਜਿਹੜੀ ਆਪਣੇ ਕੋਲ ਸੀਨ ਆ ਉਹ ਜ਼ੀਟਾ ਆਉਂਦੀ ਆ, ਹੈ ਨਾ। ਦੇਖੋ ਇਹ ਇੱਕ ਟਾਈਮ 'ਤੇ ਹਾਈ ਆ, ਬਟ ਹੌਲੀ ਹੌਲੀ 8-10th ਵੀਕ ਤੱਕ ਇਹ ਆ ਜਿਹੜੀ ਇਹਦੀ ਜਿਹੜੀ ਪ੍ਰੋਡਕਸ਼ਨ ਆ ਉਹ ਡਿਕਰੀਜ਼ ਹੋਣੀ ਸ਼ੁਰੂ ਹੋ ਗਈ ਆ। ਉਸ ਬਾਅਦ ਆਪਾਂ ਗੱਲ ਕਰੀਏ, ਅਗਰ ਆਪਾਂ ਅਲਫਾ ਦੀ ਗੱਲ ਕਰੀਏ, ਹੈ ਨਾ, ਅਤੇ ਅਲਫਾ ਜਿਹੜੀ ਐਂਬਰੀਓਨਿਕ ਸਟੇਜ ਦੇ ਵਿੱਚ ਪ੍ਰੈਜ਼ੈਂਟ ਆ ਆਪਣੇ ਕੋਲ। ਉਸ ਬਾਅਦ ਕੀ ਆ, ਪਹਿਲਾਂ ਬਹੁਤ ਥੋੜ੍ਹੀ ਆ, ਉਸ ਤੋਂ ਬਾਅਦ ਲੇਟਰ ਔਨ ਕੀ ਆ ਕਿ ਇਹ ਇੱਕਦਮ ਜਦੋਂ ਇਨਕਰੀਜ਼ ਹੋ ਜਾਂਦੀ ਹੈ, ਫਿਰ ਕੰਟੀਨਿਊਸ਼ਨ ਦੇ ਵਿੱਚ ਉਨੀ ਹੀ ਅਮਾਊਂਟ ਦੇ ਵਿੱਚ ਅਡਲਟ ਦੇ ਵਿੱਚ ਰਹਿੰਦੀ ਹੈ। ਬਰਥ ਹੋ ਜਾਂਦੀ ਹੈ, ਪੋਸਟ ਨੇਟਲ ਸਟੇਜ ਆ, ਅਡਲਟ ਹੋ ਗਿਆ, ਸਾਰੇ ਦੇ ਵਿੱਚ ਐਸ ਇਟ ਰਹਿੰਦੀ ਹੈ ਇਹ। ਅਤੇ ਉਸ ਤੋਂ ਬਾਅਦ ਅਗਰ ਆਪਾਂ ਜਿਹੜੀ ਇਹ ਗਾਮਾ ਦੀ ਗੱਲ ਕਰੀਏ, ਹੈ ਨਾ, ਗਾਮਾ ਇੱਕ ਟਾਈਮ 'ਤੇ ਹਾਈ ਆ ਗੈਸਟੇਸ਼ਨ ਏਜ ਦੇ ਵਿੱਚ, ਜਦੋਂ ਐਂਬਰੀਓਨਿਕ ਕੰਡੀਸ਼ਨ ਆ, ਬਰਥ ਤੱਕ ਠੀਕ ਚੱਲ ਰਹੀ ਹੈ, ਬਟ ਜਿਵੇਂ ਹੀ ਬਰਥ ਹੁੰਦਾ ਹੈ, ਬਰਥ ਤੋਂ ਬਾਅਦ ਜਿਹੜਾ ਉਹਦਾ ਅਮਾਊਂਟ ਆ ਉਹ ਡਿਕਰੀਜ਼ ਹੋਣਾ ਸ਼ੁਰੂ ਹੋ ਜਾਂਦਾ। ਬਹੁਤ ਹੀ ਰੇਅਰਲੀ ਕਿਤੇ ਉਹ ਪ੍ਰੈਜ਼ੈਂਟ ਹੁੰਦੀ, ਅਦਰਵਾਈਜ਼ ਹੌਲੀ ਹੌਲੀ ਉਹ ਜਿਹੜੀ ਆ ਗਾਮਾ ਦੀ ਪ੍ਰੈਜ਼ੈਂਸ ਆ ਜਿਹੜੀ ਉਹ ਖਤਮ ਹੋ ਜਾਂਦੀ ਆ ਅਡਲਟ ਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਆਪਾਂ ਬੀਟਾ ਦੀ ਗੱਲ ਕਰੀਏ, ਬੀਟਾ ਕੀ ਆ ਕਿ ਐਜ਼ ਕੰਪੇਅਰ ਟੂ ਅਲਫਾ, ਹੈ ਨਾ, ਐਂਬਰੀਓਨਿਕ ਸਟੇਜ ਦੇ ਵਿੱਚ ਬੀਟਾ ਦੀ ਜਿਹੜੀ ਪ੍ਰੋਡਕਸ਼ਨ ਆ ਬਹੁਤ ਘੱਟ ਹੁੰਦੀ ਹੈ, ਬੀਟਾ ਦੀ ਫੰਕਸ਼ਨਲ ਐਕਟੀਵਿਟੀ ਬਹੁਤ ਘੱਟ ਹੁੰਦੀ ਹੈ। ਬੀਟਾ ਹੀਮੋਗਲੋਬਿਨ ਜੀਨ ਆ ਜਿਹੜੀ, ਤਾਂ ਉਹ ਆਪਣੇ ਕੋਲ ਕੀ ਆ, ਬਟ ਨੀਅਰ ਟੂ ਦਾ ਬਰਥ ਉਹ ਸਟਾਰਟ ਹੋਣੀ ਸ਼ੁਰੂ ਹੋ ਜਾਂਦੀ ਆ। ਫਿਰ ਕੀ ਆ, ਅਲਫਾ ਦੇ ਤਰ੍ਹਾਂ ਹੀ ਜਿਹੜੀ ਹੈਗੀ ਆ ਅਡਲਟਸ ਦੇ ਵਿੱਚ ਸਭ ਤੋਂ ਜ਼ਿਆਦਾ ਐਕਸਪ੍ਰੈਸ ਹੁੰਦੀ ਹੈ ਅਲਫਾ, ਉਹਦੇ ਨਾਲ ਬੀਟਾ, ਅਤੇ ਆਪਣੇ ਕੋਲ ਜਿਹੜੀ ਹੈਗੀ ਆ ਉਸ ਤੋਂ ਬਾਅਦ ਡੈਲਟਾ ਜਿਹੜੀ ਨੀਅਰ ਟੂ ਬਰਥ ਜਿਹੜੀ ਆ ਉਹ ਐਕਟੀਵੇਟ ਹੋਣਾ ਸ਼ੁਰੂ ਕਰਦੀ ਆ, ਅਤੇ ਬਹੁਤ ਹੀ ਲਿਟਲ ਅਮਾਊਂਟ ਦੇ ਵਿੱਚ ਅਡਲਟ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ। ਨੋ ਡਾਊਟ ਇਟ ਇਜ਼ ਪ੍ਰੈਜ਼ੈਂਟ ਇਨ ਦਾ ਅਡਲਟ, ਬਟ ਬਹੁਤ ਹੀ ਘੱਟ ਅਮਾਊਂਟ ਦੇ ਵਿੱਚ ਜਿਹੜੀ ਇਹ ਅਡਲਟ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ। ਸੋ ਇਹ ਜਿਹੜਾ ਗ੍ਰਾਫ ਆਪਣੇ ਕੋਲ ਇਹ ਜਿਹੜੀ ਹੈਗੀ ਆ ਆਪਣੇ ਕੋਲ ਰਿਪਰਜੈਂਟ ਕਰਦਾ ਆ ਕਿ ਕਿੰਨੇ ਅਮਾਊਂਟ ਜਿਹੜੀ ਹੈਗੀ ਆ, ਕਦੋਂ ਕਿਹੜੀ ਚੇਨ, ਪੋਲੀਪੈਪਟਾਈਡ ਚੇਨ ਆ ਜਿਹੜੀ ਉਹ ਪ੍ਰੈਜ਼ੈਂਟ ਹੁੰਦੀ ਆ ਫੀਟਸ ਦੇ ਵਿੱਚ, ਡਿਊਰਿੰਗ ਦਾ ਬਰਥ, ਆਫਟਰ ਦਾ ਬਰਥ, ਕਿਹੜੇ ਜਿਹੜੇ ਹੈਗੇ ਨੇ ਉਹ ਐਕਸਪ੍ਰੈਸ ਕਰਦੇ ਨੇ ਆਪਣੇ ਆਪ ਨੂੰ। ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਇਹ ਜੀਨ ਸੀ ਜਿਹੜੀ ਅਲਫਾ ਗਲੋਬਿਨ ਜੀਨ ਫੈਮਿਲੀ ਆ, ਦੈਟ ਇਜ਼ ਪ੍ਰੈਜ਼ੈਂਟ ਔਨ ਦਾ 16th ਨੰਬਰ ਕ੍ਰੋਮੋਸੋਮ, ਔਰ ਬੀਟਾ ਗਲੋਬਿਨ ਜੀਨ ਫੈਮਿਲੀ ਆ ਜਿਹੜੀ 11th ਨੰਬਰ ਆਫ ਕ੍ਰੋਮੋਸੋਮ ਦੇ ਉੱਤੇ ਪ੍ਰੈਜ਼ੈਂਟ ਹੁੰਦੀ ਹੈ। ਔਰ ਇਹਨਾਂ ਦੇ ਵਿੱਚ ਜਿਹੜੀਆਂ ਜੀਨਸ ਨੇ ਸਪੈਸੀਫਿਕ ਅਰੇਂਜਮੈਂਟ ਹੁੰਦਾ ਹੈ ਇਹਨਾਂ ਦਾ ਕਿ ਕਿਵੇਂ ਉਹਨਾਂ ਨੇ ਜਿਹੜਾ ਐਕਟੀਵੇਟ ਹੋਣਾ ਅਕੋਰਡਿੰਗ ਟੂ ਫੰਕਸ਼ਨ ਡਿਊਰਿੰਗ ਦਾ ਡਿਵੈਲਪਮੈਂਟ, ਉਹਦੇ ਅਕੋਰਡਿੰਗਲੀ ਇਹ ਅਰੇਂਜ ਹੁੰਦੀਆਂ ਨੇ। ਅਤੇ ਇਹ ਜਿਹੜੀਆਂ ਜੀਨਸ ਦੇ ਵਿੱਚ ਸਪੇਸਰ ਰੀਜ਼ਨਸ ਹੁੰਦੇ ਆ, ਸਪੇਸਰ ਕਿਹੜੇ ਜਿਹੜੇ ਆ ਲਾਈਟ ਬਲੂ ਕਲਰ ਦੇ ਨਾਲ, ਫਰੋਜ਼ੀ ਕਲਰ ਦੇ ਨਾਲ ਰਿਪਰਜੈਂਟ ਕੀਤੇ ਆ, ਦੀਜ਼ ਆਰ ਦੀ ਸਪੇਸਰ ਕੀ ਆ, ਦੀਜ਼ ਆਰ ਦੀ ਨਾਨ ਕੋਡਿੰਗ ਰੀਜ਼ਨਸ ਜਿਹੜੇ ਟਰਾਂਸਕ੍ਰਾਈਬ ਨਹੀਂ ਹੁੰਦੇ। ਇਸ ਤੋਂ ਇਲਾਵਾ ਇਹਦੇ ਵਿੱਚ ਸੂਡੋ ਜੀਨਸ ਪ੍ਰੈਜ਼ੈਂਟ ਹੁੰਦੀਆਂ ਨੇ। ਹੁਣ ਕੀ ਆ ਕਿ ਜਿਹੜੀਆਂ ਜੀਨਸ ਤਾਂ ਐਕਟੀਵੇਟ ਹੋ ਰਹੀਆਂ ਨੇ, ਜਿਵੇਂ ਆ ਜਿਹੜੀਆਂ ਤੇ ਐਰੋ ਲੱਗੇ ਤਾਂ ਐਕਟਿਵ ਹੋ ਰਹੇ ਨੇ ਕਿਤੇ ਨਾ ਕਦੇ, ਬਟ ਜਿਵੇਂ ਪਏ ਆ ਆਪਣੇ ਕੋਲ ਇਹ ਵਾਲੇ ਪਏ ਨੇ ਇਹ ਐਕਟਿਵ ਨਹੀਂ ਹੋ ਰਹੇ, ਤਾਂ ਇਟ ਮੀਨ ਕੀ ਆ, ਦੀਜ਼ ਜੀਨਸ ਆਰ ਨੋਨ ਐਜ਼ ਸੂਡੋ ਜੀਨਸ, ਜਿਹੜੀਆਂ ਕਦੇ ਵੀ ਟਰਾਂਸਕ੍ਰਾਈਬਡ ਨਹੀਂ ਹੁੰਦੀਆਂ।
ਬਟ ਜਿਵੇਂ ਹੁਣ ਇਹਦੇ ਵਿੱਚ ਸਾਰੀ ਅਰੇਂਜਮੈਂਟ ਪਈ ਹੈ ਤੇ ਡਜ਼ਨਟ ਮੀਨ ਕਿ ਬਾਕੀ ਦੀਆਂ ਜਿਹੜੀਆਂ ਐਗਜ਼ਾਮਪਲਸ ਆਪਣੇ ਕੋਲ ਡਾਇਵਰਜੈਂਟ ਵਾਲੀਆਂ ਮੈਂਬਰਸ ਆਉਂਦੇ ਨੇ ਉਹਨਾਂ ਦੇ ਵਿੱਚ ਸੇਮ ਕਾਈਂਡ ਆਫ ਅਰੇਂਜਮੈਂਟ ਆਪਾਂ ਨੂੰ ਦੇਖਣ ਨੂੰ ਮਿਲੇ। ਸੋ ਆਪਣੇ ਕੋਲ ਜਿਵੇਂ ਇਹ ਹੈਗਾ, ਆਪਣੇ ਕੋਲ ਜ਼ੀਟਾ ਹੈਗਾ ਆ, ਦੈਟ ਇਜ਼ ਐਕਟਿਵ ਡਿਊਰਿੰਗ ਦਾ ਐਮਬਰੀਓ। ਫਿਰ ਅਲਫਾ ਆ ਗਿਆ ਫੀਟਸ ਐਂਡ ਅਡਲਟ ਦੇ ਵਿੱਚ। 11th ਕ੍ਰੋਮ ਬੀਟਾ ਗਲੋਬਿਨ ਦੇ ਵਿੱਚ ਐਪਸਾਈਲਨ ਜਿਹੜੀ ਬੀਟਾ ਦੀ ਹੈਗੀ ਆ ਫਾਰਮ। ਤੇ ਉਸ ਤੋਂ ਬਾਅਦ ਆਪਣੇ ਕੋਲ ਜਿਹੜੀ ਗਾਮਾ ਏ ਐਂਡ ਗਾਮਾ ਜੀ ਜਿਹੜੇ ਹੈਗੇ ਫੀਟਸ ਦੇ ਵਿੱਚ ਐਕਟਿਵ ਹੁੰਦੇ ਨੇ। ਅਲਫਾ ਬੀਟਾ ਐਂਡ ਡੈਲਟਾ ਜਿਹੜੇ ਅਡਲਟ ਦੇ ਵਿੱਚ ਹੁੰਦੇ ਨੇ। ਸੋ ਐਪਸਾਈਲਨ ਗਾਮਾ ਡੈਲਟਾ ਐਂਡ ਬੀਟਾ ਇਜ਼ ਅ ਬੀਟਾ ਗਲੋਬੁਲਿਨ ਫੈਮਿਲੀ। ਜ਼ੀਟਾ ਐਂਡ ਅਲਫਾ ਜਿਹੜੇ ਹੈਗੇ ਨੇ ਦੋ, ਉਹ ਆਪਣੇ ਕੋਲ ਅਲਫਾ ਗਲੋਬਿਨ ਫੈਮਿਲੀ ਦੇ ਨੂੰ ਬਿਲੋਂਗ ਕਰਦੇ ਨੇ। ਉਸ ਤੋਂ ਬਾਅਦ ਅਗਰ ਆਪਾਂ ਇਹਦੀ ਐਨਸੈਸਟਰਲ ਜਿਹੜੀ ਚੀਜ਼ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇਹਨਾਂ ਦੇ ਵਿੱਚ ਜਦੋਂ ਇਹਨਾਂ ਦੀ ਫਾਰਮੇਸ਼ਨ ਹੁੰਦੀ ਆ ਤਾਂ ਜਿਹੜੇ ਕੋਡਿੰਗ ਰੀਜ਼ਨਸ ਨੇ ਜਾਂ ਜਿਹੜੇ ਜੀਨਸ ਨੇ ਉਹਨਾਂ ਦੇ ਵਿੱਚ ਬਹੁਤ ਘੱਟ ਜਿਹੜੀ ਡਿਫਰੈਂਸਸ ਦੇਖਣ ਨੂੰ ਮਿਲਦੇ ਨੇ। ਬਟ ਸਪੇਸਰ ਦੇ ਵਿੱਚ ਡਿਫਰੈਂਸਸ ਜਿਹੜੇ ਜ਼ਿਆਦਾ ਹੁੰਦੇ ਨੇ। ਜਿਹੜੇ ਸਪੇਸਰ ਰੀਜ਼ਨਸ ਨੇ ਹੈ ਨਾ, ਉਹ ਆਪਣੇ ਕੋਲ ਜ਼ਿਆਦਾ ਜਿਹੜੀ ਵੇਰੀਏਸ਼ਨ ਜਿਹੜੇ ਆ ਉਹ ਦਿਖਾਉਂਦੇ ਨੇ। ਉਹਨਾਂ ਦੇ ਵਿੱਚ ਮਤਲਬ ਵੇਰੀਏਸ਼ਨ ਕਹਿ ਲਓ ਜਾਂ ਡਾਇਵਰਜੈਂਸ ਕਹਿ ਲਓ, ਸਪੇਸਰ ਦੇ ਵਿੱਚ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਦਾ ਜੀਨਸ। ਸੋ ਦਾ ਐਨਸੈਸਟਰਲ ਗਲੋਬਿਨ ਜੀਨ ਫੈਮਿਲੀ ਆ। ਪਹਿਲਾਂ ਉਹਦੇ ਵਿੱਚ ਇੱਕ ਸਪੇਸਰ ਇੰਟਰੋਡਿਊਸ ਹੋਇਆ, ਅਲਫਾ ਐਂਡ ਬੀਟਾ ਬਣ ਕੇ, ਫਿਰ ਅਲਫਾ ਆਪਣਾ ਬਣ ਰਹੀ ਹੈ, ਬੀਟਾ ਅਲੱਗ ਤੋਂ ਜਿਹੜੇ ਸੈਪਰੇਟ ਹੋ ਗਏ ਅਲਫਾ ਐਂਡ ਬੀਟਾ। ਜਿਹੜੀ ਬੀਟਾ ਉਹ 11th ਕ੍ਰੋਮੋਸੋਮ ਦੇ ਉੱਤੇ ਆ, ਔਰ ਜਿਹੜੀ ਅਲਫਾ ਦੈਟ ਇਜ਼ ਪ੍ਰੈਜ਼ੈਂਟ ਇਨ 16th। ਫਿਰ ਅਲਫਾ ਦੇ ਵਿੱਚ ਕੀ ਹੋਇਆ, ਉਹਦੇ ਦੋ ਜੀਨਸ ਦੇ ਵਿੱਚ ਉਹ ਸਪਲਿਟ ਹੋ ਗਈ, ਐਪਸਾਈਲਨ ਐਂਡ ਜ਼ੀਟਾ ਐਂਡ ਅਲਫਾ। ਜ਼ੀਟਾ ਪ੍ਰੈਜ਼ੈਂਟ, ਉਸ ਤੋਂ ਬਾਅਦ ਸਪੇਸਰ ਪ੍ਰੈਜ਼ੈਂਟ ਨੇ। ਇਹ ਜ਼ੀਟਾ ਦੀ ਫਾਰਮ ਪਈ ਆ 5 ਜ਼ੀਟਾ। ਦੈਨ ਅਲਫਾ ਦੇ ਵਿੱਚ ਕਿੰਨੀਆਂ ਸਾਰੀਆਂ ਦੋ ਜੀਨਸ ਬਣ ਗਈਆਂ ਕੋਡਿੰਗ ਜੀਨਸ, ਅਲਫਾ 1 ਐਂਡ ਅਲਫਾ 2, ਸਾਈ ਅਲਫਾ 2, ਸਾਈ ਅਲਫਾ 1, ਸਾਈ ਥੀਟਾ ਜਿਹੜੀਆਂ ਸੂਡੋ ਜੀਨਸ। ਇਹ ਉਹਨਾਂ ਦੇ ਵਿੱਚ ਜਿਹੜੇ ਸਪੇਸਰ ਬਣ ਗਏ, ਸਪੇਸਰ ਬਣਨ ਦੇ ਨਾਲ ਕੀ ਆ, ਇਹ ਜੀਨਸ ਨੇ ਜਿਹੜੀਆਂ ਉਹ ਇੰਨੇ ਨੰਬਰ ਆਫ ਜੀਨਸ ਜਿਹੜੀਆਂ ਬਣ ਗਏ ਇੱਕ ਤੋਂ। ਸੇਮ ਬੀਟਾ ਦੇ ਵਿੱਚ ਕੀ ਆ, ਬੀਟਾ ਤੋਂ ਐਪਸਾਈਲਨ ਗਾਮਾ ਐਂਡ ਬੀਟਾ, ਬੀਟਾ ਤੋਂ ਫਰਦਰ ਬੀਟਾ ਸੂਡੋ ਜੀਨ ਔਰ ਡੈਲਟਾ ਐਂਡ ਬੀਟਾ ਜਿਹੜੇ ਹੈਗੇ ਨੇ ਸੇਮ ਜਿਹੜੇ ਹੈਗੇ ਨੇ। ਉਹਨਾਂ ਵਿੱਚ ਜਿਹੜੇ ਆ ਗ੍ਰੀਨ ਦੇ ਨਾਲ ਰਿਪਰਜੈਂਟ ਕੇ ਦੀਦਾ ਦੀ ਸੂਡੋ ਜੀਨਸ। ਇਹਦੇ ਇਹਨਾਂ ਦੇ ਵਿੱਚ ਸਪੇਸਰ ਜਿਹੜੇ ਇੰਟਰੋਡਿਊਸ ਹੋ ਗਏ। ਅਲਟੀਮੇਟਲੀ ਇਹਦੇ ਵਿੱਚ ਵੀ ਕੀ ਆ, ਇੱਕ ਜੀਨ ਤੋਂ ਕਿੰਨੀਆਂ ਸਾਰੀਆਂ ਜੀਨਸ ਜਿਹੜੀਆਂ ਔਰ ਸੂਡੋ ਜੀਨਸ ਔਰ ਸਪੇਸਰ ਰੀਜ਼ਨਸ ਨੇ ਜਿਹੜੇ ਉਹ ਡਿਵੈਲਪ ਹੋ ਗਏ ਨੇ। ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਐਗਜ਼ਾਮਪਲਸ ਨੇ ਜਿੱਦਾਂ ਆਪਣੇ ਕੋਲ ਦਿੱਤੀਆਂ ਹੋਈਆਂ ਨੇ, ਜਿਵੇਂ ਐਕਟਿਨ ਜੀਨ ਫੈਮਿਲੀ ਦੀ, ਉਹ ਵੀ ਤੁਸੀਂ ਜਿਹੜੀ ਹੈਗੀ ਆ ਪੜ੍ਹ ਸਕਦੇ ਹੋ, ਤੁਹਾਡੀ ਬੁੱਕ ਦੇ ਉੱਤੇ ਗਿਵਨ ਆ। ਸੋ ਇਹ ਜਿਹੜੀ ਆਪਣੇ ਕੋਲ ਆ ਗਿਆ, ਆਪਣੇ ਕੋਲ ਡਾਇਵਰਜੈਂਟ ਮੈਂਬਰਸ ਵਾਲੀ ਆਪਾਂ ਜਿਹੜੀ ਆ ਹੁਣ ਡਿਸਕਸ ਕੀਤਾ ਇੱਥੇ। ਇਨ ਦਾ ਨੈਕਸਟ ਪਾਰਟ ਵੀ ਵਿਲ ਡਿਸਕਸ ਅਬਾਊਟ ਦੀ ਜਿਹੜੀ ਹੈਗੀਆਂ ਨੇ ਮਲਟੀ ਜੀਨ ਫੈਮਲੀਜ਼ ਵਿਦ ਦਾ ਆਈਡੈਂਟੀਕਲ ਮੈਂਬਰ। ਸੋ ਅੱਜ ਤੱਕ ਦਾ ਇੱਥੋਂ ਤੱਕ ਆ। ਨੈਕਸਟ ਜਿਹੜਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ। ਥੈਂਕ ਯੂ ਸੋ ਮਚ।